ਅਖੀਰ ਦੇ ਉੱਤੇ ਗੱਲ ਕਰੀਏ ਅਸੀਂ ਜਿਹੜੇ ਭਾਰਤ ਦੇ ਚੀਨ ਨਾਲ ਸੰਬੰਧ ਨੇ। ਚੀਨ ਨਾਲ ਜਿਹੜੇ ਸੰਬੰਧ ਨੇ ਹੁਣ ਮਤਲਬ ਪਿੱਛੇ ਜੇ ਅਸੀਂ ਇਹ ਵੀ ਦੇਖਿਆ ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਸ਼ੁਰੂ ਹੋਇਆ, ਜਿਹੜਾ ਕਿ ਹੁਣ ਦ ਗਾਰਡੀਅਨ ਦੀ ਰਿਪੋਰਟ ਦੇ ਨਾਲ ਅਨਕਵਰ ਹੋਇਆ, ਜਾਂ ਇਹ ਕਹਿ ਲਓ ਵੀ ਭਾਰਤ ਜਿਸ ਕਿਸਮ ਦੀ ਲਾਈਨ ਭਾਰਤ ਨੇ ਫੜੀ ਸੀ ਉਹ ਜੱਗ ਜ਼ਾਹਰ ਹੋਈ ਹੈ, ਉਹਦੇ ਤੇ ਮੋਹਰ ਲੱਗੀ ਹੈ ਗਾਰਡੀਅਨ ਦੀ ਸਟੋਰੀ ਦੇ ਨਾਲ। ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਲਾਸਟ ਟੂ ਲਾਸਟ ਵੀਕ ਚੀਨ ਨੇ ਵੀ ਬਿਆਨ ਦਿੱਤਾ ਹੈ, ਜਿੱਥੇ ਵੈਸਟ ਦੀਆਂ 5 ਆਈਜ਼ ਜਿਹੜੀਆਂ ਨੇਸ਼ਨਸ ਹੈਗੀਆਂ ਨੇ, ਇੰਟੈਲੀਜੈਂਸ ਏਜੰਸੀਜ਼ ਨੇ, ਉਹਨਾਂ ਨੇ ਭਾਰਤ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਹੋਇਆ ਆਲਰੇਡੀ। ਇਹਦੇ ਵਿੱਚ ਚੀਨ ਇੱਕ ਵੱਖਰਾ ਮੁਲਕ ਸੀ ਜਿਹੜਾ ਇਸ ਦੇ ਉੱਤੇ ਨਹੀਂ ਸੀ ਬੋਲਿਆ, ਜਾਂ ਉਹਦਾ ਕੋਈ ਡਾਇਰੈਕਟ ਸਟੇਕ ਇਸ ਮਾਮਲੇ ਦੇ ਵਿੱਚ ਨਹੀਂ ਸੀ, ਪਰ ਉਹਨੇ ਵੀ ਬਿਆਨ ਦਿੱਤਾ ਕਿ ਭਾਰਤ ਨੂੰ ਇਸ ਕਿਸਮ ਦੀ ਕਾਰਵਾਈ ਤੋਂ ਬਾਜ਼ ਆਉਣਾ ਚਾਹੀਦਾ ਹੈ ਤੇ ਇਹਦੀ ਜਿਹੜੀ ਪ੍ਰੋਪਰ ਜਾਂਚ ਹੈ ਮਾਮਲੇ ਦੀ ਹੋਣੀ ਚਾਹੀਦੀ ਹੈ। ਹੁਣ ਇਸ ਦੇ ਚੱਲਦਿਆਂ ਇੱਕ ਪਾਸੇ ਭਾਰਤ ਤੇ ਜਿਹੜੇ ਚੀਨ ਦੇ ਸੰਬੰਧ ਹੈਗੇ ਆ, ਉਹਨਾਂ ਦਾ ਅਸੀਂ ਦੇਖਦੇ ਹਾਂ ਡੋਕਲਾਮ ਤੋਂ ਲੈ ਕੇ ਕਿਵੇਂ ਭਾਰਤ ਦੇ ਫੌਜੀ ਜਿਹੜੇ ਆ ਉਹ ਮਾਰੇ ਚੀਨ ਨੇ, ਕੁਝ ਜਿਹੜੇ ਹੈਗੇ ਆ ਪ੍ਰਿਜ਼ਨਰਸ ਆਫ ਵਾਰ ਬਣਾਏ, ਤੇ ਪ੍ਰਿਜ਼ਨਰਸ ਆਫ ਵਾਰ ਬਣਾਉਣ ਤੋਂ ਬਾਅਦ ਉਹ ਛੱਡੇ। ਉਸ ਨੂੰ ਮੁੱਖ ਰੱਖਦਿਆਂ ਹੋਇਆ ਜਦੋਂ ਅਸੀਂ ਅੱਗੇ ਇਸ ਪਾਰਟ ਨੂੰ ਤੁਰਦਿਆਂ ਦੇਖਦੇ ਹਾਂ, ਤੇ ਹੁਣ ਮਤਲਬ ਭਾਰਤ ਵਾਲੀ ਸਾਈਡ ਤੋਂ ਜਿਹੜੀ ਬਿਆਨਬਾਜ਼ੀ ਹੈ ਉਹ ਵੱਡੇ ਲੈਵਲ ਦੇ ਉੱਤੇ ਦਿਖ ਰਹੀ ਹੈ। ਪਹਿਲਾਂ ਈਵਨ ਜਦੋਂ ਅਸੀਂ ਡੋਕਲਾਮ ਦਾ ਦੇਖਦੇ ਹਾਂ, ਉਦੋਂ ਵੀ ਮਤਲਬ ਅਮਿਤ ਸ਼ਾਹ ਵੱਲੋਂ ਇਸ ਕਿਸਮ ਦਾ ਜਿਹੜਾ ਬਿਆਨ ਹੈ ਉਹ ਦਿੱਤਾ ਗਿਆ ਸੀਗਾ ਕਿ ਈਵਨ ਜਦੋਂ ਸਰਕਾਰ ਬਣੀ ਸੀ ਉਦੋਂ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਕਿ ਅਸੀਂ ਆਪਣੀ ਜਿਹੜੀ ਟੈਰੀਟਰੀ ਹੈ ਅਸੀਂ ਉਹ ਵਾਪਸ ਲਵਾਂਗੇ। ਤੇ ਅੱਜ ਮਤਲਬ ਉਹ ਗੱਲ ਕਿੱਥੇ ਆ ਕੇ ਖਲੋਤੀ ਹੈ, ਤੇ ਅੱਜ ਦੀ ਜਿਹੜੀਆਂ ਲੇਟੈਸਟ ਖਬਰਾਂ ਹੈਗੀਆਂ ਉਹ ਇਹ ਦੱਸਦੀਆਂ ਨੇ ਕਿ ਅਮਿਤ ਸ਼ਾਹ ਦਾ ਵੀ ਬਿਆਨ ਆਇਆ ਤੇ ਰਾਜਨਾਥ ਸਿੰਘ ਦਾ ਵੀ ਬਿਆਨ ਆਇਆ ਚੀਨ ਦੇ ਖਿਲਾਫ। ਅਮਿਤ ਸ਼ਾਹ ਜਿਹੜੇ ਹੈਗੇ ਆ ਉਹ ਸਿੱਧੇ ਤੌਰ ਦੇ ਉੱਤੇ ਉਹ ਕਰ ਰਹੇ ਆ ਕਿ ਜੀ ਜਦੋਂ ਤੋਂ ਮੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ ਅਸੀਂ ਇਸ ਕਿਸਮ ਦਾ ਸਟੈਂਡ ਰੱਖਿਆ ਆ, ਅਸੀਂ ਆਪਣੀ ਜਿਵੇਂ ਉਹ ਪਹਿਲਾਂ 56 ਇੰਚ ਦੀ ਛਾਤੀ ਨੂੰ ਫਲਾਊਟ ਕਰਦੇ ਰਹੇ ਆ, ਉਹਨੂੰ ਫਲਾਉਂਟ ਕਰਦੇ ਰਹੇ ਆ, ਤੇ ਨਾਲ ਹੀ ਨਾਲ ਮਤਲਬ ਹੁਣ ਇੱਥੇ ਤੱਕ ਉਹ ਕਹਿ ਰਹੇ ਆ ਕਿ ਜੀ ਅਸੀਂ 1 ਇੰਚ ਵੀ ਜਿਹੜੀ ਜ਼ਮੀਨ ਹੈ ਭਾਰਤ ਦੀ ਸਰਜ਼ਮੀਨ ਉਹ ਨਹੀਂ ਛੱਡੀ, ਚੀਨ ਅੰਦਰ ਨਹੀਂ ਆਇਆ ਹੈਗਾ। ਤੇ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਆ ਕਿ ਜਿਵੇਂ ਪਿਛਲੇ ਹਫ਼ਤੇ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ 30 ਥਾਵਾਂ ਦੇ ਜਿਹੜੇ ਨਾਂ ਹੈਗੇ ਆ ਉਹ ਆਪਣੀ ਭਾਸ਼ਾ ਦੇ ਵਿੱਚ ਨਵੇਂ ਉਹਨਾਂ ਦਾ ਨਾਮਕਰਨ ਕੀਤਾ, ਇਹ ਦਾਅਵਾ ਰੱਖਣ ਦੇ ਲਈ ਕਿ ਅਰੁਣਾਚਲ ਪ੍ਰਦੇਸ਼ ਦੇ ਉੱਤੇ ਸਾਡਾ ਦਾਅਵਾ ਆ ਤੇ ਅਸੀਂ ਇਹ ਸਾਡੀ ਟੈਰੀਟਰੀ ਦਾ ਹਮੇਸ਼ਾ ਕਲੇਮ ਰਿਹਾ। ਤੇ ਹੁਣ ਰਾਜਨਾਥ ਸਿੰਘ ਕਹਿ ਰਹੇ ਆ ਕਿ ਜੀ ਇਹ ਨਾਂ ਬਦਲਣ ਨਾਲ ਕੀ ਹੁੰਦਾ, ਤੇ ਅਸੀਂ ਜੇ ਚੀਨ ਦੇ ਵਿੱਚ ਜਾ ਕੇ ਚੀਨ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦਾ ਨਾਂ ਆਪਣੇ ਮੁਤਾਬਕ ਰੱਖ ਦਈਏ, ਤੇ ਇਸ ਕਿਸਮ ਦਾ ਬਿਆਨ। ਸੋ ਇਹਨਾਂ ਬਿਆਨਾਂ ਤੋਂ ਇੰਡੀਕੇਸ਼ਨ ਕੀ ਸਮਝੀ ਜਾਵੇ ਜਾਂ ਕੀ ਦੇਖਿਆ ਜਾਵੇ ਵੀ ਕੀ ਭਾਰਤ ਹੁਣ ਚੀਨ ਨੂੰ ਕੋਈ ਸੰਕੇਤ ਦੇ ਰਿਹਾ ਹੈ, ਜਾਂ ਚੀਨ ਕੋਈ ਅਗਰੈਸਿਵ ਪਾਲਿਸੀ ਦੇ ਥੱਲੇ ਜਾ ਰਿਹਾ ਹੈ, ਜਾਂ ਜਸਟ ਇਹ ਇੱਕ ਮੀਅਰ ਬਿਆਨਬਾਜ਼ੀ ਹੈ ਜਿਹੜੀਆਂ ਹੁਣ ਆਉਣ ਵਾਲੀਆਂ ਚੋਣਾਂ ਨੇ ਉਹਦੇ ਮੱਦੇਨਜ਼ਰ। ਅਮਰਵੀਰ ਸਿੰਘ ਜੀ ਦੇਖੋ, ਜਿਹੜੇ ਮਤਲਬ ਪੋਲੀਟਿਕਸ ਕਦੇ ਵੀ ਸਿਆਸਤ ਖੜਾ ਪਾਣੀ ਨਹੀਂ ਹੁੰਦੀ ਆ। ਮਤਲਬ ਸਿਆਸਤ ਦੇ ਵਿੱਚ ਹਰ ਪਲ ਜਿਹੜੇ ਆ ਸਮੀਕਰਨ ਆ ਉਹ ਬਦਲਦੇ ਰਹਿੰਦੇ ਆ, ਤੇ ਸਿਆਸਤ ਜਿਹੜੀ ਖਾਸ ਤੌਰ ਤੇ ਅੱਜ ਦੇ ਸਮੇਂ ਦੀ ਸਿਆਸਤ ਆ ਉਹ ਆਪਣੇ ਮਫਾਦਾਂ ਦੀ ਸਿਆਸਤ ਆ। ਤੁਸੀਂ ਉਹ ਇੰਡੀਵਿਜੂਅਲ ਜਦੋਂ ਇੰਟਰਨਲ ਸਰਕਲਸ 'ਚ ਅਸੀਂ ਦੇਖਦੇ ਹਾਂ ਤਾਂ ਇੰਡੀਵਿਜੂਅਲ ਆਪਣੇ ਮਫਾਦਾਂ ਲਈ ਫੈਸਲੇ ਕਰਦਾ, ਪਰ ਜਦੋਂ ਅਸੀਂ ਮੁਲਕਾਂ ਦੇ ਸੰਦਰਭ 'ਚ ਦੇਖਦੇ ਹਾਂ ਤਾਂ ਮੁਲਕ ਜਿਹੜੇ ਆ ਉਹ ਦੂਜੇ ਮੁਲਕਾਂ ਦੇ ਨਾਲ ਜਿਹੜੇ ਰਿਸ਼ਤਿਆਂ ਦੇ ਫੈਸਲੇ ਆ ਉਹ ਵੀ ਆਪਣੇ ਮਫਾਦਾਂ ਦੇ ਮੁਤਾਬਕ ਕਰਦੇ ਆ। ਜਿਹੜੀ ਇੱਕ ਗੱਲ ਜਿਹੜੀ ਤੈਅ ਆ ਉਹ ਇਹ ਆ ਕਿ ਅਗਲਾ ਜਿਹੜਾ ਡੈਕੇਡ ਆ ਉਹਦੇ 'ਚ ਸਾਰੇ 'ਚ ਇੱਕ ਇੰਪੋਰਟੈਂਟ ਫਲੈਸ਼ ਪੁਆਇੰਟ ਆ, ਜਿਹੜਾ ਅਸੀਂ ਕਹਿ ਸਕਦੇ ਹਾਂ ਸਾਊਥ ਚਾਈਨਾ ਸੀ ਦਾ ਇਹ ਖਿੱਤਾ ਆ ਜਾਂ ਸਾਊਥ ਏਸ਼ੀਆ ਦਾ ਇਹ ਖਿੱਤਾ ਆ, ਉਹ ਸਾਰਾ ਹੀ ਜਿਹਨੂੰ US ਤੇ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਉਹ ਇੰਡੋ ਪੈਸੀਫਿਕ ਓਸ਼ਨ ਦਾ ਏਰੀਆ ਕਹਿੰਦੀਆਂ ਨੇ। ਤੇ ਇਹ ਸਾਰੇ ਖਿੱਤੇ ਦੇ ਵਿੱਚ ਜਿਹੜੇ ਇੰਪੋਰਟੈਂਟ ਜਿਹੜੇ ਇਲਾਕੇ ਆ ਉਹ ਹੈਗੇ ਆ, ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕਿਸੇ ਸਮੇਂ ਸਿੱਖ ਰਾਜ ਦਾ ਟੈਰੀਟਰੀ ਹੁੰਦੀ ਸੀ, ਜਿਹੜੀ ਅੱਜ ਦੇ ਸਮੇਂ ਭਾਰਤ ਦੇ ਕਬਜ਼ੇ ਵਾਲਾ ਪੰਜਾਬ, ਪਾਕਿਸਤਾਨ ਹੇਠਲਾ ਜਿਹੜਾ ਪੰਜਾਬ ਆ ਉਹ, ਤੇ ਨਾਲ ਜਿਹੜਾ ਅਫਗਾਨਿਸਤਾਨ ਦਾ ਇਲਾਕਾ ਹੈ। ਮਤਲਬ ਉਹਦੇ ਵਿੱਚ ਜਿਹੜੇ ਕਲੈਸ਼ਸ ਹੋ ਰਹੇ ਆ, ਤੁਸੀਂ ਦੇਖੋ ਵੀ ਅਫਗਾਨਿਸਤਾਨ ਪਾਕਿਸਤਾਨ ਬੋਰਡਰ ਦੇ ਉੱਤੇ ਕਿੰਨੀ ਡਿਸਟਰਬੈਂਸ ਜਿਹੜੀ ਉਹਨਾਂ ਦੋਵਾਂ ਦੇ ਦਰਮਿਆਨ ਆ, ਤੇ ਇੱਧਰ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਡਿਸਟਰਬੈਂਸ ਆ।
ਤੇ ਨਾਲ ਜਿਹੜਾ ਚਾਈਨਾ, ਕਿਉਂਕਿ ਉਹ ਵੀ ਹਿੱਸਾ ਸਿੱਖ ਰਾਜ ਦਾ ਹਿੱਸਾ ਸੀ ਜਿਹੜਾ ਲਦਾਖ, ਤੇ ਉਹ ਸਾਰੀ ਟੈਰੀਟਰੀ ਆ, ਤੇ ਉਹ ਵੀ ਸਾਰਾ ਇਸ ਸਮੇਂ ਟਰਬੂਲੈਂਸ ਦਾ ਹੀ ਪਾਰਟ ਆ। ਤੇ ਜਿੱਥੇ ਕਿੰਨੇ ਦਹਾਕਿਆਂ ਬਾਅਦ ਚਾਈਨਾ ਤੇ ਇੰਡੀਆ ਦੀਆਂ ਫੌਜਾਂ ਆਮੋ ਸਾਹਮਣੇ ਲੜੀਆਂ ਵੀ ਆ ਕੁਝ ਸਮਾਂ ਪਹਿਲਾਂ। ਤੇ ਉਹਦੇ ਵਿੱਚੋਂ ਹੀ ਇਹ ਸਾਰੀਆਂ ਗੱਲਾਂ ਨਿਕਲ ਰਹੀਆਂ ਕਿ ਅਸੀਂ ਜੋ ਦੇਖ ਰਹੇ ਹਾਂ ਕਿ ਸਿੱਖਾਂ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ, ਖਾਲਿਸਤਾਨ ਦੀ ਮੂਵਮੈਂਟ ਜਿਹੜੀ ਆ ਉਹ ਅੱਜ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਆਈ ਆ ਫੇਰ ਮੁੜ ਕੇ। ਤੇ ਨਾਲ ਹੀ ਜਿੱਥੇ US ਦਾ ਇੱਕ ਅਸੀਂ ਦੇਖ ਰਹੇ ਹਾਂ ਕਿ ਵੈਸਟਰਨ ਮੀਡੀਆ ਦੇ ਹਵਾਲੇ ਨਾਲ ਹੋਵੇ, ਵੈਸਟਰਨ ਡਿਪਲੋਮੈਟਸ ਦੇ ਹਵਾਲੇ ਨਾਲ ਹੋਵੇ, ਤਾਂ ਉਹ ਸਿੱਖ ਮੂਵਮੈਂਟ ਦੇ ਬਾਰੇ ਇੱਕ ਪੋਜ਼ਿਟਿਵ ਅਸੀਂ ਰੋਲ ਦੇਖ ਰਹੇ ਹਾਂ। ਪਰ ਨਾਲ ਹੀ ਚਾਈਨਾ ਦਾ ਵੀ ਜਿਹੜਾ ਬਿਆਨ ਆਇਆ, ਉਹਨੇ ਵੀ ਇਹ ਦੱਸਿਆ ਕਿ ਚਾਈਨਾ ਵੀ ਸਿੱਖਾਂ ਦੇ ਇਸ ਮਸਲੇ ਦੇ ਵਿੱਚ ਪੂਰੀ ਦਿਲਚਸਪੀ ਰੱਖ ਰਿਹਾ। ਤੇ ਚਾਈਨਾ ਦੇ ਅੰਬੈਸਡਰ ਦਾ ਦਰਬਾਰ ਸਾਹਿਬ ਆਉਣ ਤੋਂ ਲੈ ਕੇ ਲੇਟੈਸਟ ਬਿਆਨ ਇਹ ਕਲੀਅਰ ਕਰਦਾ ਵੀ ਜਿਹੜਾ ਇਹ ਟੈਰੀਟਰੀ ਆ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਿਆਸਤ 'ਚ ਕੋਈ ਪੱਕਾ ਦੋਸਤ, ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ, ਤੇ ਉਹਦੇ ਵਿੱਚ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਪੁਆਇੰਟ ਆ ਜਿਹਦੇ ਤੇ ਫੈਸਲੇ ਹੋਣੇ ਆ, ਜਿਹਦੇ ਤੇ ਮਤਲਬ ਡਿਸੀਜਨ ਬਦਲਣੇ ਆ ਸਾਰੀਆਂ ਤਰ੍ਹਾਂ ਦੇ, ਉਹ ਇਸ ਖਿੱਤੇ ਦੇ ਵਿੱਚ ਰਹਿਣ ਵਾਲੀਆਂ ਕੌਮਾਂ ਤੇ ਆ। ਤੇ ਉਹਦੇ 'ਚ ਸਭ ਤੋਂ ਐਕਟਿਵ ਕੌਮ ਜਿਹੜੀ ਇਸ ਟਾਈਮ ਆ ਉਹ ਸਿੱਖ ਕੌਮ ਆ। ਤੇ ਉਹਦੇ ਵਿੱਚੋਂ ਜਿਹੜਾ ਇਹ ਸਟੇਟਮੈਂਟ ਹੁਣ ਅਰੁਣਾਚਲ ਬਾਰੇ ਜਿਹੜੀ ਆਈ ਆ, ਤਾਂ ਅਰੁਣਾਚਲ ਜਿਵੇਂ ਜਿਹੜਾ ਚਾਈਨਾ ਦਾ ਇੰਡੀਆ ਦੇ ਨਾਲ ਕਲੈਸ਼ ਆ, ਉਹ ਜਿੱਥੇ ਇੱਕ ਪਾਸੇ ਲਦਾਖ ਵਾਲੇ ਪਾਸੇ ਆ ਤੇ ਦੂਜੇ ਪਾਸੇ ਅਰੁਣਾਚਲ, ਉਹਦੇ 'ਚ ਇੰਪੋਰਟੈਂਟ ਫਲੈਸ਼ ਪੁਆਇੰਟ ਆ। ਅਰੁਣਾਚਲ ਨੂੰ ਚਾਈਨਾ ਨੇ ਕਦੇ ਵੀ ਇੰਡੀਆ ਦਾ ਹਿੱਸਾ ਮੰਨਿਆ ਹੀ ਨਹੀਂ, ਉਹ ਹਮੇਸ਼ਾ ਨੂੰ ਆਪਣਾ ਹਿੱਸਾ ਮੰਨਦਾ। ਤੇ ਹੁਣ ਲੇਟੈਸਟ ਉਹਨਾਂ ਨੇ 30 ਜਿਹੜੀਆਂ ਥਾਵਾਂ ਨੇ ਉਹਨਾਂ ਦੇ ਨਵੇਂ ਜਿਹੜੇ ਨਾਮ ਆ ਉਹ ਜਾਰੀ ਕੀਤੇ, ਜਿਸ ਤੋਂ ਬਾਅਦ ਇਹ ਸਾਰੇ ਬਿਆਨਬਾਜ਼ੀਆਂ ਸ਼ੁਰੂ ਹੋਈਆਂ। ਤੇ ਅਸੀਂ ਹਮੇਸ਼ਾ ਦੇਖਿਆ ਵੀ ਇੰਡੀਆ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਮੁੱਦਾ ਆ, ਉਹ ਹਮੇਸ਼ਾ BJP ਉਹਦੇ ਤੇ ਉਹਨੂੰ ਆਪਣੇ ਪੱਖ 'ਚ ਭੁਗਤਾਉਣ 'ਚ ਕਾਮਯਾਬ ਰਹੀ ਆ। ਜਿਵੇਂ ਲਾਸਟ ਵੀ ਅਸੀਂ ਦੇਖਿਆ ਵੀ, ਜਿਵੇਂ ਕੱਲ ਵੀ ਡਿਸਕਸ ਕੀਤਾ ਵੀ ਸਟੇਟਮੈਂਟਾਂ ਆਈਆਂ ਕਿ ਪਾਕਿਸਤਾਨ 'ਚ ਘੁਸ ਕੇ ਅਸੀਂ ਮਾਰਾਂਗੇ, ਮੋਦੀ ਦੀ ਇਹ ਸਟੇਟਮੈਂਟ ਪਾਕਿਸਤਾਨ ਦੇ ਹਵਾਲੇ ਨਾਲ ਹੈ ਕਿ ਅਸੀਂ ਹੋਰ ਮੁਲਕਾਂ 'ਚ ਘੁਸ ਕੇ ਮਾਰਾਂਗੇ, ਹਨ। ਪਰ ਚਾਈਨਾ ਦੇ ਬਾਰੇ ਮੋਦੀ ਤੋਂ ਲੈ ਕੇ ਇਹਨਾਂ ਦੀ ਸਾਰੀ ਜਿਹੜੀ ਲੀਡਰਸ਼ਿਪ ਆ ਉਹ ਚੁੱਪੀ ਧਾਰ ਜਾਂਦੀ ਹੈ। ਜਿਹੜਾ ਹੁਣ ਵੀ ਜਿਹੜੀ ਸਟੇਟਮੈਂਟ ਆਈ ਆ ਰਾਜਨਾਥ ਸਿੰਘ ਦੀ, ਉਹ ਕੀ ਆਈ ਆ, ਮਤਲਬ ਇੱਕ ਤਰਲਾ ਆ ਵੀ ਅਸੀਂ ਵੀ ਮਤਲਬ ਨਾਂ ਰੱਖ ਦਾਂਗੇ, ਹੈ ਨਾ, ਮਤਲਬ ਜੇ ਤੁਸੀਂ ਸਾਡੇ ਇੱਥੇ ਨਾਂ ਰੱਖੋਗੇ। ਪਰ ਕੋਈ ਅਗਰੈਸਿਵ ਸਟੇਟਮੈਂਟ ਚਾਈਨਾ ਬਾਰੇ ਨਹੀਂ ਇਹ ਕਦੇ ਵੀ ਦਿੰਦੇ ਆ, ਜਿਹੜੀ ਮੋਦੀ ਦੀ ਰਜੀਮ ਰਹੀ ਆ। ਤੇ ਉਹਦੇ 'ਚੋਂ ਅਮਿਤ ਸ਼ਾਹ ਦੀ ਸਟੇਟਮੈਂਟ, ਲੇਟੈਸਟ ਸਟੇਟਮੈਂਟ ਆ, ਜਿਹਦੇ 'ਚ ਉਹਨੇ ਕਿਹਾ ਵੀ ਜਿਹੜਾ ਕਾਂਗਰਸ ਆ ਉਹਨਾਂ ਦੇ ਰਜੀਮ ਨੇ ਅਰੁਣਾਚਲ ਦਾ ਕਾਫੀ ਹਿੱਸਾ ਜਿਹੜਾ ਚਾਈਨਾ ਦੇ ਥੱਲੇ ਉਹਨਾਂ ਕਰਕੇ ਗਿਆ, ਤੇ ਮੋਦੀ ਦੀ ਰਜੀਮ ਦੇ ਵਿੱਚ 1 ਇੰਚ ਵੀ ਟੈਰੀਟਰੀ ਜਿਹੜੀ ਆ ਉਹ ਚਾਈਨਾ ਥੱਲੇ ਨਹੀਂ ਗਈ ਆ। ਤੇ ਇਹ ਲਗਾਤਾਰ ਜਿਹੜੀ BJP ਦੀ ਲੀਡਰਸ਼ਿਪ ਆ ਇਹ ਦਾਅਵਾ ਕਰ ਰਹੀ ਹੈ, ਪਰ ਜਿਹੜੇ ਫੈਕਟਸ ਨੇ ਗਰਾਊਂਡ ਤੇ ਖਾਸ ਤੌਰ ਤੇ ਜਿਹੜੀ ਓਪੋਜੀਸ਼ਨ ਆ, ਕਾਂਗਰਸ ਆ, ਉਹਦੀ ਜਿਹੜੀ ਸਟੇਟਮੈਂਟ ਆ, ਉਹਨਾਂ ਦੇ ਜਨਰਲ ਸੈਕਟਰੀ ਜੈਰਾਮ ਰਮੇਸ਼ ਦੀ ਸਟੇਟਮੈਂਟ ਆ ਕਿ ਉਹ ਦੱਸ ਰਹੇ ਆ 2000 ਸਕੁਅਰ ਕਿਲੋਮੀਟਰ ਜਿਹੜੇ ਭਾਰਤੀ ਇਲਾਕਾ ਆ ਉਹ ਚਾਈਨਾ ਨੇ ਜਦੋਂ ਗਲਵਾਨ ਦੇ ਵਿੱਚ ਇਹ ਹੋਇਆ ਤੇ ਉਹ ਤੋਂ ਬਾਅਦ ਚਾਈਨਾ ਨੇ ਉਹਨੂੰ ਦਬ ਲਿਆ, ਜਿਹਦੇ 'ਚ ਉਹ ਦੱਸਦੇ ਆ ਵੀ ਚਾਈਨਾ ਹੈਜ਼ ਟੇਕਨ ਓਵਰ 26 ਆਊਟ ਆਫ 65 ਪੈਟਰੋਲਿੰਗ ਪੁਆਇੰਟਸ ਇਨ ਲਦਾਖ। ਮਤਲਬ ਲਦਾਖ ਦੇ 65 ਜਿਹੜੇ ਇੰਡੀਆ ਦੇ ਪੈਟਰੋਲਿੰਗ ਪੁਆਇੰਟ ਸੀ, ਜਿੱਥੇ ਏਰੀਆ ਵਾਲੇ ਜਾ ਕੇ ਮਤਲਬ ਪੈਟਰੋਲਿੰਗ ਕਰਦੇ ਸੀ ਜਾਂ ਨਜ਼ਰਸਾਨੀ ਰੱਖਦੇ ਸੀ, ਉਹਨਾਂ 'ਚੋਂ 26 ਥਾਵਾਂ ਦੇ ਉੱਤੇ ਚਾਈਨਾ ਸਿੱਧਾ ਕਬਜ਼ਾ ਕਰ ਚੁੱਕਿਆ। ਚਾਈਨਾ ਹੈਜ਼ ਬਿਲਟ ਕੰਪਲੀਟ ਵਿਲੇजेस 50 to 60 ਕਿਲੋਮੀਟਰ ਡੀਪ ਇਨਸਾਈਡ ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼ ਦੇ ਵਿੱਚ ਉਹ ਕਹਿੰਦੇ ਕਿ 50 ਤੋਂ 60 ਕਿਲੋਮੀਟਰ ਅੰਦਰ ਜਿਹਨੂੰ ਇੰਡੀਆ ਆਪਣਾ ਖਿੱਤਾ ਹੋਣ ਦਾ ਦਾਅਵਾ ਕਰਦਾ ਆ, ਵੀ ਉਹਦੇ ਵਿੱਚ ਆ ਕੇ ਚਾਈਨਾ ਨੇ ਪੂਰੇ ਪਿੰਡ ਵਸਾ ਲਏ ਆ। ਤੇ ਅਫੈਕਟ ਕਨਫਰਮਡ ਬਾਈ ਸੈਟੇਲਾਈਟ ਇਮੇਜਰੀ ਐਂਡ ਰੇਸਡ ਬਾਈ BJP MP ਤਪੀਰ ਗਾਓ ਔਨ ਦਾ ਫਲੋਰ ਆਫ ਦਾ ਲੋਕ ਸਭਾ। ਤਾਂ ਉਹਨਾਂ ਨੇ ਹਵਾਲਾ ਦਿੱਤਾ ਕਿ BJP ਦੇ MP ਜਿਹੜਾ ਤਪੀਰ ਗਾਓ ਆ, ਉਹਨੇ ਹੀ ਲੋਕ ਸਭਾ ਦੇ ਵਿੱਚ ਇਹ ਗੱਲ ਲਿਆਂਦੀ ਸੀ ਸਾਹਮਣੇ ਕਿ ਇਸ ਤਰੀਕੇ ਦੇ ਨਾਲ ਚਾਈਨਾ ਨੇ ਪਿੰਡ ਵਸਾ ਲਏ ਆ। 50-60 ਕਿਲੋਮੀਟਰ ਬਹੁਤ ਵੱਡੀ ਟੈਰੀਟਰੀ ਹੁੰਦੀ ਆ ਕਿਸੇ ਵੀ ਮੁਲਕ ਦੇ ਵਿੱਚ ਆ ਕੇ ਤੇ ਉਹਦੇ ਤੇ ਕਬਜ਼ਾ ਕਰ ਲਿਆ। ਤਾਂ ਇਹ ਜਿਹੜੀ ਚਾਈਨਾ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਕਿਉਂਕਿ ਚਾਈਨਾ ਆਪਣੇ ਨੂੰ ਜਸਟੀਫਾਈ ਕਰਦਾ, ਉਹ ਕਹਿੰਦਾ ਕਿ ਸਾਡਾ ਇਲਾਕਾ। ਅਮਰਵੀਰ ਸਿੰਘ ਜੀ, ਇਹਦੇ ਨਾਲ ਜੁੜੀ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਅਸੀਂ ਜਾਂਦੇ ਜਾਂਦੇ ਜ਼ਰੂਰ ਸ਼ੇਅਰ ਕਰ ਦਈਏ, ਬਾਕੀ ਤਾਂ ਬਿਆਨਬਾਜ਼ੀਆਂ ਨੇ। ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਿੱਖਾਂ ਦਾ ਇਸ ਖਿੱਤੇ ਦੇ ਵਿੱਚ ਸਿੱਖ ਇੰਪੋਰਟੈਂਟ ਐਕਟਰ ਨੇ, ਜਿਹੜੀ ਸਾਰੀ ਜੀਓ ਪੋਲੀਟੀਕਲ ਚੇਂਜ ਆਉਣੀ ਹੈ ਅਗਲੇ ਡੈਕੇਡ ਦੇ ਵਿੱਚ। ਤਾਂ ਉਹ ਤੋਂ ਪਹਿਲਾਂ ਜਿਹੜਾ ਲਦਾਖ ਵਾਲਾ ਇਲਾਕਾ, ਉਹਦਾ ਜਿਹੜਾ ਹਿਸਟੋਰੀਕਲ ਸਿਗਨੀਫਿਕੈਂਸ ਆ ਉਹ ਇਹ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਉਦੋਂ ਇਹ ਟੈਰੀਟਰੀ ਸਿੱਖ ਰਾਜ ਦਾ ਹਿੱਸਾ ਸੀ, ਜਿਹਦੇ 'ਚ ਕਿ ਤਿੱਬਤ ਜਿਹੜਾ ਆ
ਉਹ ਇੱਕ ਅਲੱਗ ਸੋਵਰਨ ਸਟੇਟ ਦੇ ਵਜੋਂ, ਸੋਵਰਨ ਕੰਟਰੀ ਦੇ ਵਜੋਂ ਐਗਜ਼ਿਸਟ ਕਰਦਾ ਸੀ। ਪਰ ਕਿਉਂਕਿ ਬਾਊਂਡਰੀਜ਼ ਜਿਹੜੀਆਂ ਇੱਦਾਂ ਐਗਜ਼ਿਸਟ ਨਹੀਂ ਕਰਦੀਆਂ ਹੁੰਦੀਆਂ, ਕੁਛ ਪਿੰਡਾਂ ਦੇ ਰੌਲੇ ਹਮੇਸ਼ਾ ਰਹਿੰਦੇ ਆ ਟੈਰੀਟਰੀਜ਼ ਦੇ, ਜੋ ਜਿਹੜੀਆਂ ਗਵਾਂਢ 'ਚ ਹੁੰਦੀਆਂ ਨੇ। ਪਰ ਉਦੋਂ ਜਿਹੜਾ ਚਾਈਨੀਜ਼ ਅੰਪਾਇਰ ਸੀ, ਉਹਨਾਂ ਦਾ ਕਾਫੀ ਪ੍ਰਭਾਵ ਤਿੱਬਤ ਦੇ ਵਿੱਚ ਪੈ ਗਿਆ ਸੀ। ਵੀ ਜਿਹੜੀ ਤਿੱਬਤ ਦੀ ਸਰਕਾਰ ਆ, ਉਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਚਾਈਨੀਜ਼ ਸਰਕਾਰ ਦੇ ਅਧੀਨ ਚੱਲਦੀ ਸੀ। ਤੇ ਜੀ ਇੱਧਰੋਂ ਸਿੱਖ ਰਾਜ ਲਗਾਤਾਰ ਵੱਧ ਰਿਹਾ ਸੀ, ਸਿੱਖ ਆਰਮੀ ਜਿਹੜੀ ਆ ਉਹ ਲਗਾਤਾਰ। ਤੇ ਲੱਦਾਖ ਦੇ ਵਿੱਚ ਜਦੋਂ ਸਿੱਖ ਆਰਮੀ ਨੇ ਕਸ਼ਮੀਰ ਤੋਂ ਜਾ ਕੇ ਤੇ ਲੱਦਾਖ ਨੂੰ ਇੱਕ ਸਮਾਂ ਸੀ ਮਤਲਬ ਆਪਣੇ ਕਬਜ਼ੇ 'ਚ ਲਿਆ, ਤੇ ਉੱਥੇ ਜਿਹੜਾ ਰਾਜਾ ਸੀ ਉਹ ਕਿਉਂਕਿ ਸਹੀ ਤਰੀਕੇ ਦੇ ਨਾਲ ਉਹਦੇ ਅੰਦਰ ਆਵਾਮ ਖੁਸ਼ ਨਹੀਂ ਸੀ, ਤੇ ਉਹ ਮਤਲਬ ਉੱਥੇ ਕਲੈਸ਼ਿਸ ਤਿੱਬਤ ਵਾਲੇ ਪਾਸੇ ਵੀ ਅਟੈਕ ਹੋ ਰਹੇ ਸੀ ਉਹ ਲਗਾਤਾਰ, ਤਾਂ ਉੱਥੇ ਸਿੱਖ ਰਾਜ ਆ ਗਿਆ ਤੇ ਉਹ ਮਤਲਬ ਸਿੱਖਾਂ ਦੇ ਅੰਡਰ ਸੀ। ਤਾਂ ਉੱਥੇ ਉਹ ਜਿਹੜਾ ਸਾਰਾ ਕਲੈਸ਼ ਉਦੋਂ ਫਿਰ ਹੈਗਾ ਸੀ, ਉਹਦੇ 'ਚ ਇੱਕ ਸੰਧੀ ਹੋਈ ਸੀ। ਉਹ ਸੰਧੀ ਜਿਹੜੀ ਆ ਉਹ ਅੱਜ ਵੀ ਰਜਿਸਟਰਡ ਡਾਕੂਮੈਂਟ ਆ, ਜਿਹੜਾ ਕਿ ਵਾਰ-ਵਾਰ ਜਿਹਦਾ ਜ਼ਿਕਰ ਕੀਤਾ ਜਾਂਦਾ ਜਦੋਂ ਇੰਡੀਆ ਚਾਈਨਾ ਜਾਂ ਇਸ ਖਿੱਤੇ ਦੇ ਵਿੱਚ ਜਿਹੜੀਆਂ ਹੁਣ ਵੀ ਸਟੇਟਸ ਦੀ ਗੱਲਬਾਤ ਹੁੰਦੀ ਆ। ਤੇ ਉਹ ਸੰਧੀ ਸੀ ਜਿਹੜੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਮੋਹਰ ਥੱਲੇ ਹੋਈ ਆ, ਜਿਹਨੂੰ ਕਿ ਉਦੋਂ ਜਿਹੜਾ ਡੋਗਰਾ ਰਾਜਾ ਸੀ ਜੰਮੂ ਦਾ, ਜਿਹਨੂੰ ਕਿ ਜੰਮੂ ਦੀ ਰਿਆਸਤ ਦਿੱਤੀ ਹੋਈ ਸੀ ਰਣਜੀਤ ਸਿੰਘ ਦੇ ਰਾਜ ਦੇ ਵਿੱਚ, ਤੇ ਨਾਲ ਉਹਦੇ ਦਸਤਖਤ ਆ, ਤੇ ਨਾਲ ਇੱਕ ਪਾਸੇ ਜਿਹੜਾ ਤਿੱਬਤ ਦੀ ਸਰਕਾਰ ਆ ਉਹਦੇ ਦਸਤਖਤ ਆ, ਤੇ ਚਾਈਨੀਜ਼ ਜਿਹੜਾ ਉੱਥੇ ਨੁਮਾਇੰਦਾ ਸੀ ਉਹਦੇ ਦਸਤਖਤ ਆ, ਜਿਹਦੇ ਵਿੱਚ ਜਿਹੜੀਆਂ ਬਾਊਂਡਰੀਜ਼ ਸੀ। ਫਿਰ ਜਦੋਂ ਸਿੱਖ ਰਾਜ ਉੱਥੇ ਲੱਦਾਖ ਦੇ ਵਿੱਚ ਪੂਰਨ ਤੌਰ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ, ਤੇ ਫਿਰ ਉਹਨਾਂ ਨੇ ਸੰਧੀ ਕੀਤੀ ਵੀ ਆਹ ਜਿਹੜੀਆਂ ਸਾਡੀਆਂ ਹੱਦਾਂ ਨੇ ਅਸੀਂ ਇਹ ਮਿੱਥਦੇ ਹਾਂ। ਤਾਂ ਇਹ ਸੰਧੀ ਪਰ ਹੋਈ, ਤੁਹਾਨੂੰ ਯਾਦ ਹੋਣਾ ਕਿ ਜੋਰਾਵਰ ਸਿੰਘ ਹੋਰਾਂ ਦਾ ਜ਼ਿਕਰ ਆਉਂਦਾ ਆ, ਜਿਹੜੇ ਕਿ ਤਿੱਬਤ ਦੇ ਵਿੱਚ ਗਏ ਸੀ, ਫਿਰ ਉੱਥੇ ਜੰਗਾਂ ਵੀ ਹੋਈਆਂ ਸੀ ਤੇ ਉੱਥੇ ਉਹਨਾਂ ਦੀ ਸ਼ਹਾਦਤ ਵੀ ਹੋਈ ਸੀ। ਪਰ ਉਹ ਤੋਂ ਬਾਅਦ ਫਿਰ ਜਿਹੜਾ ਸਮਝੌਤਾ ਹੋਇਆ ਤਾਂ ਉਹਦੇ 'ਚ ਸੰਧੀ ਹੋਈ ਵੀ ਹੱਦਾਂ ਮਿਥੀਆਂ ਗਈਆਂ ਸੀ ਕਿ ਇੱਥੋਂ ਤੱਕ ਸਾਡੀ ਹੱਦ ਆ। ਫਿਰ ਲੱਦਾਖ ਦਾ ਜਿਹੜਾ ਉਹ ਅਸੀਂ ਮਤਲਬ ਅੱਜ ਤਾਂ ਲੱਦਾਖ ਦੇਖੋ, ਅੱਜ ਦਾ ਜਿਹੜਾ ਅਫਗਾਨਿਸਤਾਨ ਤੇ ਪਾਕਿਸਤਾਨ ਬਾਰਡਰ ਵਾਲਾ ਉਹ ਸਾਰਾ ਮੁਲਤਾਨ ਵਾਲਾ ਇਲਾਕਾ ਦੇਖੋ, ਜਿੱਥੇ ਸਾਰੀਆਂ ਨਵੀਆਂ ਸਟੇਟ ਜਿਹੜੀਆਂ ਹੁਣ ਬਾਅਦ 'ਚੋਂ ਬਣੀਆਂ ਨੇ ਲੜ ਰਹੀਆਂ ਨੇ ਇਹ ਕੌਮਾਂ, ਪਰ ਉਹ ਜਿਹੜੇ ਇਲਾਕੇ ਆ, ਜੇ ਅੱਜ ਉਹ ਹਿੱਸਾ ਪਾਕਿਸਤਾਨ ਦਾ ਹਿੱਸਾ ਆ ਮੁਲਤਾਨ ਵਾਲਾ, ਤਾਂ ਉਹ ਵੀ ਸਿੱਖਾਂ ਵੱਲੋਂ ਜਿੱਤਿਆ ਹੋਇਆ ਇਲਾਕਾ ਸੀ, ਜਿਹੜਾ ਕਿ ਬਾਅਦ 'ਚੋਂ ਬ੍ਰਿਟਿਸ਼ਰਸ ਨੇ ਜਦੋਂ ਪਾਕਿਸਤਾਨ ਬਣਾਇਆ ਤਾਂ ਉਹ ਪਾਕਿਸਤਾਨ ਦੇ ਹਿੱਸੇ 'ਚ ਗਿਆ। ਜਦੋਂ ਅੱਜ ਅਫਗਾਨ ਫੇਰ ਆਪਣਾ ਰਾਜ ਹਿੱਸਾ ਹੋਣ ਦਾ ਦਾਅਵਾ ਕਰ ਰਹੇ ਆ ਤੇ ਉੱਤੇ ਲਗਾਤਾਰ ਅਟੈਕ ਕਰਦੇ ਆ। ਤੇ ਦੂਜੇ ਪਾਸੇ ਇਹ ਲੱਦਾਖ ਵਾਲਾ ਜਿਹੜਾ ਹਿੱਸਾ ਸੀ, ਜੇ ਉਹ ਇੰਡੀਆ ਦੀ ਟੈਰੀਟਰੀ ਦਾ ਅੱਜ ਹਿੱਸਾ ਬਣਿਆ ਤਾਂ ਉਹ ਵੀ ਇੰਡੀਆ ਨੇ ਨਹੀਂ ਜਿੱਤਿਆ, ਉਹ ਸਿੱਖਾਂ ਨੇ ਜਿੱਤਿਆ ਸੀ। ਤਾਂ ਕਰਕੇ ਉੱਥੇ ਉਹ ਬਾਊਂਡਰੀਜ਼ ਜਿਹੜੀਆਂ ਬਣੀਆਂ ਤੇ ਉਹਦੀ ਬਲਕਿ ਸੰਧੀ ਹੋਈ, ਤੇ ਉਹ ਵੀ ਸਿੱਖ ਰਾਜ ਦਾ। ਤਾਂ ਇਹ ਆ ਵੀ ਜਿੱਥੋਂ ਅਲਟੀਮੇਟਲੀ ਗੱਲ ਸ਼ੁਰੂ ਹੋਈ ਆ ਉਹ ਸਿੱਖਾਂ ਤੋਂ ਹੀ ਸ਼ੁਰੂ ਹੋਈ ਆ। ਇਹ ਇਲਾਕਿਆਂ ਦੇ ਜਿਹੜੇ ਦਾਅਵੇਦਾਰ ਨੇ, ਜਿਨ੍ਹਾਂ ਨੇ ਤਲਵਾਰ ਦੇ ਨਾਲ ਉਹ ਇਲਾਕੇ ਜਿੱਤੇ ਆ, ਉਹ ਸਿੱਖ ਸੀ। ਜਿਹੜਿਆਂ ਨੂੰ ਬਾਅਦ ਚੋਂ ਮਿਲੇ ਆ ਉਹ ਤਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਟਰਾਂਸਫਰ ਆਫ ਪਾਵਰ ਹੋਈ ਆ, ਇੱਕ ਕਲੋਨੀਅਲਿਜ਼ਮ ਦਾ ਐਂਡ ਹੋਇਆ, ਤੇ ਉਹ ਜਿਵੇਂ ਸੰਧੀਆਂ ਹੋਈਆਂ ਉਹਦੇ ਚੋਂ ਇਹ ਸਾਰੇ ਫੈਸਲੇ ਹੋਏ। ਤੇ ਹਜੇ ਤੱਕ ਵੀ ਜਿਹੜਾ ਪਰ ਮਸਲਾ ਇਹੀ ਅਮਰਵੀਰ ਸਿੰਘ ਜੀ, ਕਿ ਹਜੇ ਤੱਕ ਵੀ ਇਹ ਮਸਲੇ ਸੁਲਝੇ ਨਹੀਂ। ਮਤਲਬ ਇਹ ਮਸਲੇ ਇਕੱਲਾ ਸਿੱਖਾਂ ਦੇ ਆਪਣੇ ਰਾਜ ਦਾ ਹੀ ਮਸਲਾ ਨਹੀਂ, ਪਰ ਸਿੱਖਾਂ ਦੀ ਇਹ ਸਾਰੀ ਟੈਰੀਟਰੀ ਦਾ ਮਸਲਾ ਹਜੇ ਤੱਕ ਵੀ ਉਹ ਉਵੇਂ ਹੀ ਅਲਝੇਵਿਆਂ 'ਚ ਫਸਿਆ ਹੋਇਆ, ਭਾਵੇਂ ਅਫਗਾਨਿਸਤਾਨ ਵਾਲੇ ਪਾਸੇ ਹੋਵੇ, ਭਾਵੇਂ ਉਹ ਚਾਈਨਾ ਵਾਲੇ ਪਾਸੇ ਹੋਵੇ। ਤਾਂ ਇਸ ਕਰਕੇ ਜਿਹੜੀ ਸਿੱਖਾਂ ਬਾਰੇ ਅਸੀਂ ਦੇਖਦੇ ਹਾਂ ਵੀ ਚਾਈਨਾ ਦੀ ਸਟੇਟਮੈਂਟ ਜਿਹੜੀ ਆ, ਜਾਂ ਫਿਰ ਅਸੀਂ ਇਹ ਸਾਰੇ ਜਿਹੜਾ ਵੈਸਟਰਨ ਕੰਟਰੀਜ਼ ਜਿਹਨਾਂ ਦੇ ਇੰਟਰਸਟ ਨੇ ਇਸ ਖਿੱਤੇ ਦੇ ਵਿੱਚ, ਉਹਨਾਂ ਦਾ ਜੋ ਰੋਲ ਅਸੀਂ ਦੇਖ ਰਹੇ ਹਾਂ, ਭਾਵੇਂ ਸਿੱਖ ਮੰਨਣ ਜਾਂ ਨਾ ਮੰਨਣ, ਪਰ ਸਿੱਖਾਂ ਦਾ ਇਤਿਹਾਸ ਤੇ ਸਿੱਖਾਂ ਦਾ ਜਿਹੜਾ ਸੰਘਰਸ਼ 1984 ਦਾ ਰਿਹਾ, ਉਹਨੂੰ ਜਿਹੜਾ ਅਗਲਾ ਡੈਕੇਡ ਆ ਉਹਦੇ ਜਿਹੜੀ ਇੱਥੇ ਜੀਓਪੋਲੀਟੀਕਲ ਕੋਈ ਵੀ ਫੈਸਲਾ ਹੋਣਾ ਆ, ਉਹਦੇ 'ਚ ਸਿੱਖਾਂ ਨੂੰ ਇੱਕ ਵੱਡਾ ਐਕਟਰ ਬਣਾਉਂਦਾ ਆ। ਤੇ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਸਟੇਟਮੈਂਟਸ ਨੇ ਉਹ ਆ ਰਹੀਆਂ ਨੇ। ਬਾਕੀ ਇੰਡੀਆ ਦਾ ਜਿਹੜਾ ਇਹ ਦਾਅਵਾ ਆ ਚਾਈਨਾ ਬਾਰੇ, ਉਹ ਅਸੀਂ ਜਾਣਦੇ ਹਾਂ ਗਲਵਾਨ ਦੇ ਵਿੱਚ ਆਪਣੇ ਬੰਦੇ ਮਰਾਉਣ ਤੋਂ ਲੈ ਕੇ, ਹਾਲਾਂਕਿ ਉਹਦੇ 'ਚ ਕਾਫੀ ਸਾਡੇ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ ਜਦੋਂ ਉੱਥੇ ਅਟੈਕ ਹੋਇਆ ਸੀ। ਤੇ ਉਸ ਤੋਂ ਬਾਅਦ ਹੁਣ ਤੱਕ ਇੰਡੀਆ ਜਿਹੜਾ ਆ ਉਹ ਸਿਰਫ ਜਿਵੇਂ ਗਿੱਦੜ ਭਾਬੀਆਂ ਅਸੀਂ ਕਹਿੰਦੇ ਹੁੰਦੇ ਆ ਵੀ ਉਹ ਮਾਰਨ ਵਾਲਾ ਹੀ ਰੋਲ ਆ ਚਾਈਨਾ ਦੇ ਸੰਦਰਭ 'ਚ ਜੇ ਗੱਲ ਕਰਨੀ ਹੋਵੇ। ਹਾਂ, ਪਾਕਿਸਤਾਨ ਬਾਰੇ ਜ਼ਰੂਰ ਇਹ ਮਤਲਬ ਸੌਖਾ ਟਾਰਗੇਟ ਸਮਝਦੇ ਆ, ਪਰ ਚਾਈਨਾ ਦੇ ਬਾਰੇ ਜਿਵੇਂ ਉਹ ਮਤਲਬ ਭੀਗੀ ਬਿੱਲੀ ਬਣਨਾ ਉਹ ਕਹਿੰਦੇ ਹੁੰਦੇ ਆ ਹਿੰਦੀ 'ਚ ਇੱਕ, ਵੀ ਉਹ ਉਸ ਤਰ੍ਹਾਂ ਦਾ ਇਹਨਾਂ ਦਾ ਰਵੱਈਆ ਆ। ਤੇ ਮੈਂ ਜਿਹੜੀਆਂ ਸਟੇਟਮੈਂਟਸ ਦੇਖ ਰਿਹਾ ਅਮਿਤ ਸ਼ਾਹ ਦੀਆਂ ਹੋਵੇ ਚਾਹੇ ਰਾਜਨਾਥ ਸਿੰਘ ਦੀਆਂ ਹੋਵੇ, ਉਹ ਉਸੇ ਤਰੀਕੇ ਨਾਲ ਦੇਖ ਰਿਹਾ। ਪਰ ਇਹ ਆ ਵੀ ਆਖਰੀ ਗੱਲ ਕਿਹਦੇ ਪਾਸੇ ਖੜਨਾ ਆ ਇਸ ਸਾਰੀ ਜੱਦੋ-ਜਹਿਦ ਦੇ ਵਿੱਚ, ਕਿਉਂਕਿ ਇੱਥੇ ਧਿਰਾਂ ਦੋ ਨਹੀਂ ਆ, ਇੱਥੇ ਧਿਰਾਂ ਬਹੁਤ ਨੇ ਜਿਨ੍ਹਾਂ ਦੇ ਆਪੋ ਆਪਣੇ ਮਫਾਦ ਨੇ, ਤੇ ਉਹਨਾਂ ਨੇ ਆਪੋ ਆਪਣੇ ਮਫਾਦ ਦੇ ਮੁਤਾਬਕ ਫੈਸਲੇ ਕਰਨੇ ਆ। ਪਰ ਸਿੱਖਾਂ ਲਈ ਇਹ ਸਮਝਣਾ ਜ਼ਰੂਰੀ ਆ ਕਿ ਜਿਹੜੀਆਂ ਇਹ ਧਿਰਾਂ ਜਿਨ੍ਹਾਂ ਦੇ ਆਪੋ ਆਪਣੇ ਮਫਾਦ ਨੇ, ਜਿਨ੍ਹਾਂ ਨੇ ਫੈਸਲਾ ਕਰਨਾ ਅਗਲੇ ਦਹਾਕੇ ਦੇ ਵਿੱਚ, ਉਹਨਾਂ ਸਾਰੀਆਂ ਨੇ ਇੱਕ ਨਹੀਂ ਰਹਿਣਾ। ਤਾਂ ਕਿਸੇ ਨਾ ਕਿਸੇ ਨੇ ਸਿੱਖਾਂ ਵਾਲੇ ਪਾਸੇ ਜ਼ਰੂਰ ਆਉਣਾ ਹੈ।
ਤਾਂ ਉਹ ਕਿਹਨੇ ਆਉਣਾ ਆ ਤੇ ਸਿੱਖਾਂ 'ਚ ਕਿਹਦਾ ਇੰਟਰਸਟ ਆ, ਇਹ ਸਮਾਂ ਹੀ ਦੱਸ ਸਕਦਾ ਹੈ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਆਪਾਂ ਤੁਸੀਂ ਵੀ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਸਾਡੇ ਦਰਸ਼ਕ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਪਸੰਦ ਆਇਆ ਹੋਵੇਗਾ, ਤੇ ਸਾਡੇ ਜਿਹੜੇ ਦਰਸ਼ਕ ਨੇ ਉਹ ਸਾਡੇ ਤੱਕ ਪਹੁੰਚ ਕਰ ਸਕਦੇ ਆ ਸੋਸ਼ਲ ਮੀਡੀਆ ਰਾਹੀਂ ਜਾਂ ਟੈਲੀਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਪਣੇ ਸੁਝਾਅ ਤੇ ਆਪਣੇ ਸਵਾਲ ਤੁਸੀਂ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ ਕਮੈਂਟਸ ਦੇ ਰੂਪ ਦੇ ਵਿੱਚ ਵੀ। ਸੋਸ਼ਲ ਮੀਡੀਆ ਤੇ YouTube Facebook ਦੇ ਉੱਤੇ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਅੱਜ ਸਾਡੇ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ ਜੀ। ਦੁਬਾਰਾ ਫਿਰ ਕੱਲ ਨੂੰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।